ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਕੀ ਵਾਰ ਮਹੱਲਾ ਚੌਥਾ। ਲਲਾਂ ਬਹਿਲੀਮਾ ਕੀ ਧੁਨ ਗਾਵਣੀ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡਹੰਸ ਹੈ, ਸਚ ਨਾਮ ਉਰ ਧਾਰ। ਸਚ ਸੰਗ ਰਹਿ ਸਦ ਸਚ ਰਹਿ, ਸਚੈ ਨਾਮ ਪਿਆਰ। ਸਦਾ ਨਿਰਮਲ ਮੈਲ ਨਾ ਲੱਗਈ, ਨਦਰ ਕੀਤੀ ਕਰਤਾਰ। ਨਾਨਕ ਹਉ ਤਿਨ ਕੈ ਬਲਿਹਾਰਣੈ, ਜੋ ਅਨ ਦਿਨ ਜਪਹਿ ਮੁਰਾਰ। ਨਾਨਕ ਹਉ ਤਿਨ ਕੈ ਬਲਿਹਾਰਣੈ, ਜੋ ਅਨ ਦਿਨ ਜਪਹਿ ਮੁਰਾਰ। ਸ਼ਬਦ ਰਤੇ ਵਡਹੰਸ ਹੈ, ਸਚ ਨਾਮ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਅੱਜ ਵਡਹੰਸ ਰਾਗ ਦੀ ਵਾਰ ਆਰੰਭ ਹੋ ਰਹੀ ਹੈ। ਵਡਹੰਸ ਕੀ ਵਾਰ ਮਹੱਲਾ ਚੌਥਾ। ਔਰ ਇਹ ਵਾਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਔਰ ਇਹਦੇ ਵਿੱਚ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦੇ ਵਧੇਰੇ ਹਨ। 3 ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਆਏ ਹਨ। ਔਰ ਇਹ ਵਾਰ ਪੌੜੀਆਂ ਦੇ ਰੂਪ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖਵਾਈ ਤਾਂ ਉਸ ਵੇਲੇ 22 ਵਾਰਾਂ ਦੇ ਅੰਦਰ ਇਹ ਵੀ ਵਾਰ ਵਡਹੰਸ ਰਾਗ ਦੀ ਸ਼ਲੋਕ ਤੇ ਮਹੱਲਿਆਂ ਪੌੜੀਆਂ ਸਮੇਤ ਲਿਖਵਾ ਕੇ ਇਸ ਨੂੰ ਸੰਪੂਰਨ ਕੀਤਾ। ਲਲਾਂ ਬਹਿਲੀਮਾ ਕੀ ਧੁਨ ਗਾਵਣੀ, ਇਹ ਜੋ ਸ਼ਬਦ ਨੇ ਸੰਪਰਦਾਇ ਅਨੁਸਾਰ ਇਹ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਧੁਨ ਚੜ੍ਹਾਈ ਹੈ। ਕਿਉਂਕਿ ਇਹਨਾਂ ਵਾਰਾਂ ਤੇ 9 ਧੁਨਾਂ ਚੜ੍ਹਾਈਆਂ ਗਈਆਂ ਹਨ। ਕਿਉਂਕਿ ਢਾਡੀ ਪ੍ਰਥਾ ਦਾ ਆਰੰਭ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਹੋਇਆ। ਨੱਥਾ ਤੇ ਅਬਦੁੱਲਾ ਢਾਡੀ ਸਤਿਗੁਰੂ ਮਹਾਰਾਜ ਦੀ ਸਭਾ ਦੇ ਵਿੱਚ ਸੂਰਬੀਰਾਂ ਦੀਆਂ ਵਾਰਾਂ ਗਾਉਂਦੇ ਸਨ। ਔਰ ਉਹਨਾਂ ਨੇ ਹੀ ਇਹ ਵਾਰ ਗਾਈ ਤੇ ਉਸ ਵਾਰ ਦੀ ਧੁਨ ਗੁਰੂ ਮਹਾਰਾਜ ਨੇ ਚੜ੍ਹਾ ਦਿੱਤੀ। ਕੁਛ ਵਿਦਵਾਨਾਂ ਅਨੁਸਾਰ ਇਹ ਧੁਨਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਚੜ੍ਹਾਈਆਂ। ਚਲੋ ਇਹ ਗੱਲ ਚਾਹੇ ਕਿਵੇਂ ਵੀ ਹੋਵੇ,
ਪਰ ਇਹ ਧੁਨਾਂ ਸਤਿਗੁਰੂ ਮਹਾਰਾਜ ਦੀਆਂ ਲਿਖਵਾਈਆਂ ਹਨ। ਲਲਾਂ ਤੇ ਬਹਿਲੀਮਾਂ ਕੌਣ ਹੋਏ ਹਨ? ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਲਲਾਂ ਤੇ ਬਹਿਲੀਮਾਂ ਇਹ ਦੋਨੋਂ ਕਾਂਗੜ ਦੇ ਇਲਾਕੇ ਦੇ ਸਰਦਾਰ ਸਨ। ਲਲਾਂ ਇੱਕ ਚੁਸਤ ਚਲਾਕ ਤੇ ਬੇਈਮਾਨ ਆਦਮੀ ਸੀ ਤੇ ਬਹਿਲੀਮਾ ਇੱਕ ਧਰਮੀ ਪੁਰਖ ਸੀ। ਇੱਕ ਵਾਰ ਐਸਾ ਹੋਇਆ, ਔੜ ਲੱਗ ਗਈ, ਮੀਂਹ ਨਾ ਪਿਆ। ਮੀਂਹ ਨਾ ਪੈਣ ਦੀ ਵਜ੍ਹਾ ਕਰਕੇ ਕਾਲ ਦੀ ਸੰਭਾਵਨਾ ਵੱਧ ਗਈ। ਲਲਾਂ ਦੇ ਖੇਤ ਸੁੱਕਣ ਲੱਗ ਪਏ। ਬਹਿਲੀਮਾ ਦੇ ਇਲਾਕੇ ਵਿੱਚ ਨਹਿਰ ਵਗਦੀ ਸੀ। ਲਲਾਂ ਨੇ ਬਹਿਲੀਮਾ ਨੂੰ ਆਖਿਆ ਬਈ ਜੇ ਤੂੰ ਮੈਨੂੰ ਨਹਿਰ ਦਾ ਪਾਣੀ ਦੇ ਦੇਵੇਂ ਤੇ ਮੈਂ ਤੇਰੀ ਕੋਈ ਵੀ ਗੱਲ ਮੰਨਣ ਲਈ ਤਿਆਰ ਹਾਂ। ਬਹਿਲੀਮਾ ਨੇ ਆਖਿਆ ਲਲਾਂ ਨੂੰ ਕਿ ਤੂੰ ਆਪਣੀ ਫਸਲ ਦਾ 6ਵਾਂ ਹਿੱਸਾ ਮੈਨੂੰ ਦੇ ਦੇਵੀਂ ਤੇ ਪਾਣੀ ਮੈਂ ਤੈਨੂੰ ਦੇ ਦੇਵਾਂਗਾ। ਇਸ ਇਕਰਾਰਨਾਮੇ ਤੇ ਦੋਹਾਂ ਦੇ ਦਸਤਖਤ ਹੋ ਗਏ। ਬਹਿਲੀਮਾ ਨੇ ਪਾਣੀ ਦਿੱਤਾ। ਲਲਾਂ ਨੇ ਆਪਣੀ ਖੇਤੀਬਾੜੀ ਕਰਕੇ ਅਨਾਜ ਆਪਣੇ ਘਰ ਦੇ ਵਿੱਚ ਲੈ ਆਂਦਾ। ਬਹਿਲੀਮਾ ਨੇ ਲਲਾਂ ਨੂੰ ਆਖਿਆ ਬਈ ਜੋ ਤੂੰ ਇਕਰਾਰਨਾਮਾ ਕੀਤਾ ਸੀ ਉਹਦੇ ਮੁਤਾਬਕ 6ਵਾਂ ਹਿੱਸਾ ਮੈਨੂੰ ਦੇ। ਉਹ ਇਸ ਤੋਂ ਮੁੱਕਰ ਗਿਆ। ਕੀਤੇ ਲੈ ਲੈ ਮੁੱਕਰ ਪਾਹੇ। ਉਹ ਕਹਿਣ ਲੱਗਾ ਮੈਂ ਕੁਝ ਵੀ ਨਹੀਂ ਦੇਵਾਂਗਾ। ਬਹਿਲੀਮਾ ਨੇ ਬੜਾ ਸਮਝਾਇਆ। ਸਿਆਣੇ ਬੰਦਿਆਂ ਨੇ ਵੀ ਵਿੱਚ ਪੈ ਕੇ ਸਮਝਾਉਣ ਦਾ ਯਤਨ ਕੀਤਾ, ਪਰ ਲਲਾਂ ਨੇ ਉਲਟਾ ਮੂਹਰੋਂ ਜੰਗ ਦੀ ਧਮਕੀ ਦੇ ਦਿੱਤੀ। ਹੁਣ ਇੱਧਰ ਬਹਿਲੀਮਾ ਦੇ ਕੋਲ ਵੀ ਫੌਜਾਂ ਸਨ। ਇਹਨੇ ਉਹਦੇ ਉੱਤੇ ਚੜ੍ਹਾਈ ਕਰ ਦਿੱਤੀ। ਦੋਹਾਂ ਦਾ ਜੰਗ ਯੁੱਧ ਹੋਇਆ। ਹੁਣ ਬਹਿਲੀਮਾ ਨੇ ਲਲਾਂ ਨੂੰ ਕੈਦ ਕੀਤਾ। ਕੈਦ ਕਰਨ ਤੋਂ ਬਾਅਦ ਤੇ ਉਸਨੂੰ ਕਹਿਣ ਲੱਗਾ ਬਈ ਦੇਖ ਤੂੰ ਮੇਰੇ ਨਾਲ ਬੇਇਨਸਾਫੀ ਕੀਤੀ ਹੈ, ਬੇਈਮਾਨੀ ਕੀਤੀ ਹੈ, ਇਹਦੀ ਸਜ਼ਾ ਦੱਸ ਤੈਨੂੰ ਕੀ ਦਿੱਤੀ ਜਾਵੇ। ਇਹ ਅੱਗੋਂ ਕਹਿਣ ਲੱਗਾ ਮੈਂ ਜੰਗ ਲਈ ਮੁਆਫੀ ਮੰਗਦਾ ਹਾਂ। ਜਿਹੜਾ ਤੂੰ 6ਵਾਂ ਹਿੱਸਾ ਦੇਣ ਲਈ ਆਖਿਆ ਸੀ ਉਹ ਮੈਂ ਤੈਨੂੰ ਵਾਪਸ ਦੇ ਦਿੰਦਾ ਹਾਂ। ਤੂੰ ਮੇਰੀ ਜਾਨ ਮੁਆਫੀ ਕਰ ਦੇ। ਇਸ ਗੱਲ ਦੇ ਉੱਤੇ ਬਹਿਲੀਮਾ ਨੇ ਉਦਾਰਤਾ ਵਿਖਾਈ ਤੇ ਇਸ ਤੋਂ 6ਵਾਂ ਹਿੱਸਾ ਲੈ ਕੇ ਜਿੰਨਾ ਇਕਰਾਰਨਾਮਾ ਸੀ ਇਸ ਨੂੰ ਛੱਡ ਵੀ ਦਿੱਤਾ। ਇਹਦਾ ਇਲਾਕਾ ਵੀ ਜੋ ਆਪਣੇ ਕਬਜ਼ੇ ਵਿੱਚ ਲੈ ਲਿਆ ਉਹ ਵੀ ਵਾਪਸ ਦੇ ਦਿੱਤਾ ਤੇ ਸੂਰਬੀਰਾਂ ਦੀ ਧਰਮੀ ਯੋਧਿਆਂ ਵਾਲੀ ਇਸ ਨੇ ਗੱਲ ਕਰਕੇ ਵਿਖਾਈ। ਇਹਦੀ ਵਾਰ ਨੱਥੇ ਅਬਦੁੱਲੇ ਢਾਡੀ ਨੇ ਗਾਈ ਤੇ ਉਹਦੀਆਂ ਕੁਝ ਸਤਰਾਂ ਇਸ ਤਰ੍ਹਾਂ ਅੱਗੇ ਚਲੀਆਂ ਆਉਂਦੀਆਂ ਹਨ। ਕਾਲ ਲਲਾਂ ਦੇ ਦੇਸ਼ ਦਾ ਖੋਇਆ ਬਹਿਲੀਮਾ, ਹਿੱਸਾ ਛਟਾ ਮਨਾਏ ਕੈ ਜਲ ਨਹਿਰੋਂ ਦੀਮਾ। ਫਿਰਾਉਨ ਹੋਏ ਲਲਾਂ ਨੇ ਰਣ ਮੰਡਿਆ ਧੀਮਾ, ਭੇੜ ਦੂਹੋਂ ਵਿੱਚ ਮਚਿਆ ਸੱਠ ਪਈ ਅਜ਼ੀਮਾ। ਸਿਰ ਧੜ ਡਿੱਗੇ ਖੇਤ ਵਿੱਚ ਜਿਉਂ ਵਾਹਣ ਢੀਮਾ, ਦੇਖ ਮਾਰੇ ਲਲਾ ਬਹਿਲੀਮ ਨੇ ਰਣ ਮੈਂ ਤਰ ਸੀਮਾ। ਜਦੋਂ ਜੰਗ ਦੇ ਵਿੱਚ ਬਹੁਤ ਸਾਰਾ ਜਾਨੀ ਮਾਲੀ ਲਲਾ ਨੇ ਨੁਕਸਾਨ ਕਰਵਾਇਆ ਤੇ ਫਿਰ ਵੀ ਇਹਦੀ ਉਦਾਰਤਾ ਸੀ। ਇਸ ਨੇ ਉਹਦੀ ਜਾਨ ਮਾਫੀ ਵੀ ਕਰ ਦਿੱਤੀ ਤੇ ਨਾਲ ਉਸਨੂੰ ਇਲਾਕਾ ਵੀ ਦਿੱਤਾ। ਤੇ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਨੇ ਉਹਦੀ ਇਹ ਬਹਾਦਰੀ ਦੀ ਗੱਲ ਸੁਣ ਕੇ ਇਸ ਵਾਰ ਦੇ ਉੱਤੇ ਇਹਦੀ ਧੁਨ ਚੜਾ ਦਿੱਤੀ। ਲਲਾ ਬਹਿਲੀਮਾ ਕੀ ਧੁਨ ਗਾਵਨੀ। ਹੁਣ ਅੱਗੇ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਰਮਹੰਸਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਗੋਇੰਦਵਾਲ ਸਾਹਿਬ ਜੀ ਦੇ ਨੇੜੇ ਇੱਕ ਡੱਲਾ ਪਿੰਡ ਹੈ, ਉਸ ਡੱਲੇ ਦੇ ਵਿੱਚ ਭਾਈ ਪਾਰੋ ਜੀ ਰਹਿੰਦੇ ਸਨ ਔਰ ਉਹਨਾਂ ਦੀ ਅਵਸਥਾ ਬਹੁਤ ਉੱਚੀ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਰਮਹੰਸ ਕਹਿ ਕੇ ਬੁਲਾਉਂਦੇ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ, ਇਸ ਡੱਲੇ ਪਿੰਡ ਦੇ ਵਿੱਚ ਹੋਰ ਵੀ 17 ਬ੍ਰਹਮ ਗਿਆਨੀ ਮਹਾਂਪੁਰਖ ਪੈਦਾ ਹੋਏ। ਇੱਕ ਵੀ ਬ੍ਰਹਮ ਗਿਆਨੀ ਕਿਸੇ ਪਿੰਡ ਵਿੱਚ ਪੈਦਾ ਹੋਵੇ, ਉਹ ਪਿੰਡ ਦਾ ਭਲਾ ਹੋ ਜਾਂਦਾ ਹੈ, ਪਵਿੱਤਰ ਹੋਏਗੋ ਗ੍ਰਾਮ। ਪਰ ਇਸ ਪਿੰਡ ਦੇ ਵਿੱਚ ਅਨੇਕਾਂ ਬ੍ਰਹਮ ਗਿਆਨੀ ਹੋਏ। ਇਹ ਗੁਰੂ ਅਮਰਦਾਸ ਮਹਾਰਾਜ ਦੀ ਮਹਾਨ ਦੇਣ ਸੀ। ਲਓ ਹੁਣ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਰਮਹੰਸਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਲਓ ਇਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡ ਹੰਸ ਹੈ, ਸਚ ਨਾਮ ਔਰ ਧਾਰ। ਹੰਸ ਇੱਕ ਪੰਛੀ ਹੁੰਦਾ ਹੈ ਔਰ ਉਹਦੇ ਵਿੱਚ ਕੁਝ ਵਿਸ਼ੇਸ਼ ਗੁਣ ਹਨ। ਉਹ ਗੁਣ ਕਿਹੜੇ ਨੇ? ਇੱਕ ਤਾਂ ਹੰਸ ਦੀ ਚਾਲ ਬੜੀ ਸੁੰਦਰ ਮੰਨੀ ਗਈ ਹੈ। ਦੂਸਰੀ, ਹੰਸ ਦੀ ਖੁਰਾਕ ਵੀ ਬੜੀ ਪਵਿੱਤਰ ਮੰਨੀ ਗਈ ਹੈ। ਉਹ ਹੀਰੇ ਮੋਤੀਆਂ ਦਾ ਚੋਗ ਚੁਗਦਾ ਹੈ। ਤੀਸਰਾ, ਹੰਸ ਅੰਦਰੋਂ ਤੇ ਬਾਹਰੋਂ ਨਿਰਮਲ ਵੀ ਹੁੰਦਾ ਹੈ। ਜੀਉ ਨਿਰਮਲ ਬਾਹਰੋਂ ਨਿਰਮਲ, ਇਹ ਉਹ ਹੰਸ ਪੰਛੀ ਦੇ ਵਿੱਚ ਗੁਣ ਹੁੰਦੇ ਨੇ। ਉਹਦੀ ਚੁੰਝ ਵਿੱਚ ਇਹ ਗੁਣ ਹੁੰਦਾ ਹੈ, ਜੇ ਉਹ ਦੁੱਧ ਵਿੱਚ ਪਾ ਦੇਵੇ, ਦੁੱਧ ਤੇ ਪਾਣੀ ਵੱਖ ਵੱਖ ਹੋ ਜਾਂਦਾ ਹੈ ਔਰ ਉਹ ਪਾਣੀ ਨੂੰ ਛੱਡ ਕੇ ਦੁੱਧ ਦੀਆਂ ਫੁੱਟੀਆਂ ਨੂੰ ਗ੍ਰਹਿਣ ਕਰਦਾ ਹੈ। ਜਿਹਦੇ ਵਿੱਚ ਇਹ ਹੰਸ ਵਾਲੇ ਦੈਵੀ ਗੁਣ ਪੈਦਾ ਹੋ ਜਾਣ, ਉਸ ਨੂੰ ਪਰਮਹੰਸ ਦੀ ਪਦਵੀ ਦਿੱਤੀ ਗਈ ਹੈ। ਸ਼ਬਦ ਰਤੇ ਵਡ ਹੰਸ ਹੈ। ਲੋ ਹਜ਼ੂਰ ਕਹਿੰਦੇ ਨੇ, ਜੋ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਹਨ ਉਹ ਪਰਮਹੰਸ ਹਨ। ਗੁਰੂ ਸ਼ਬਦ ਦੇ ਰੰਗ ਵਿੱਚ ਰੰਗੇ ਜਾ ਕੇ ਸੱਚ ਨਾਮ ਔਰ ਧਾਰ, ਜਿਨ੍ਹਾਂ ਨੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਅਥਵਾ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਜਿਹੜੇ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੇ ਗਏ, ਵੀ ਉਹੀ ਸਭ ਤੋਂ ਵੱਡੇ ਪਰਮਹੰਸ ਹਨ। ਸੱਚ ਸੰਗ ਰਹਿ ਹੈ ਸਦ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਸੱਚ ਸੰਗ ਰਹਿ ਹੈ, ਉਹ ਸੱਚੇ ਨਾਮ ਨੂੰ ਹੀ ਹਮੇਸ਼ਾ ਹਰ ਵੇਲੇ ਜਮ੍ਹਾਂ ਕਰਦੇ ਹਨ। ਸਦ ਸੱਚ ਰਹਿ ਹੈ, ਹਮੇਸ਼ਾ ਲਈ ਸੱਚ ਵਿੱਚ ਹੀ ਟਿਕੇ ਰਹਿੰਦੇ ਹਨ। ਸੱਚਾ ਨਾਮ ਪਿਆਰ, ਤੇ ਸੱਚੇ ਨਾਮ ਦੇ ਨਾਲ ਹੀ ਉਹਨਾਂ ਦਾ ਪਿਆਰ ਹੁੰਦਾ ਹੈ। ਭਾਵ ਰਸਨਾ ਤੋਂ ਵੀ ਸੱਚਾ ਨਾਮ ਜਪਦੇ ਹਨ ਤੇ ਸੱਚ ਨੂੰ ਹੀ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ। ਸੱਚੇ ਨਾਮ ਨੂੰ ਹੀ ਹਮੇਸ਼ਾ ਲਈ ਇਕੱਤਰ ਕਰਦੇ ਹਨ। ਸੱਚੇ ਨਾਮ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ। ਸਦਾ ਨਿਰਮਲ ਮੈਲ ਨਾ ਲੱਗੇ, ਨਦਰ ਕੀਤੀ ਕਰਤਾਰ। ਸਦਾ ਨਿਰਮਲ, ਉਹਨਾਂ ਦਾ ਜੀਵਨ ਹਮੇਸ਼ਾ ਲਈ ਨਿਰਮਲ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਕਦੀ ਮੈਲ ਲੱਗਦੀ ਹੀ ਨਹੀਂ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚੋਂ ਸਾਰੇ ਪਾਪ ਤੇ ਵਿਕਾਰ ਤਾਂ ਨਿਕਲ ਗਏ ਨੇ। ਨਦਰ ਕੀਤੀ ਕਰਤਾਰ, ਉਹਨਾਂ ਦੇ ਉਸ ਕਰਤਾਰ ਕਰਤਾ ਪੁਰਖ ਵਾਹਿਗੁਰੂ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਉਹਨਾਂ ਦਾ ਜੀਵਨ ਪਾਕ ਪਵਿੱਤਰ ਹੋ ਗਿਆ। ਨਾਨਕ ਹਉ ਤਿਨ ਕੈ ਬਲਿਹਾਰਣੈ, ਜੋ ਆਨ ਦਿਨ ਜਪ ਹੈ ਮੁਰਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ ਜੋ ਰਾਤ ਦਿਨ ਮੁਰਾਰ, ਉਸ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਨੇ। ਇਹ ਅਸਲੀ ਪਰਮਹੰਸਾਂ ਦੀ, ਤਤ ਬੇਤਿਆਂ ਦੀ, ਬ੍ਰਹਮ ਗਿਆਨੀਆਂ ਦੀ ਅਵਸਥਾ ਹੈ।
ਉਹ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ। ਮਹੱਲਾ ਤੀਜਾ। ਮੈਂ ਜਾਣਿਆ ਵਡ ਹੰਸ ਹੈ, ਤਾਂ ਮੈਂ ਕੀਆ ਸੰਗ। ਹੁਣ ਜੋ ਅੱਗੇ ਦੂਸਰਾ ਸ਼ਲੋਕ ਆਰੰਭ ਹੋ ਰਿਹਾ ਹੈ, ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਸਨ। ਇੱਕ ਕੋਈ ਪਖੰਡੀ ਸੰਤ ਗੁਰੂ ਮਹਾਰਾਜ ਦੇ ਕੋਲ ਆਇਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਓ ਮਹਾਤਮਾ ਜੀ। ਉਹ ਕਹਿਣ ਲੱਗਾ, ਅਸੀਂ ਜੀ ਪਰਮਹੰਸ ਹੁੰਦੇ ਹਾਂ। ਪਰਮਹੰਸ ਕਹਿੰਦੇ ਨੇ ਤਤ ਬੇਤਿਆਂ ਨੂੰ, ਬ੍ਰਹਮ ਗਿਆਨੀਆਂ ਨੂੰ। ਇਹ ਆਪਣੇ ਆਪ ਹੀ ਕਹਿਣ ਲੱਗਾ, ਜੀ ਅਸੀਂ ਤੇ ਪਰਮਹੰਸ ਹੁੰਦੇ ਹਾਂ। ਸਤਿਗੁਰੂ ਕਹਿਣ ਲੱਗੇ, ਆਓ ਜੀ ਆਇਆਂ ਨੂੰ। ਤੇ ਫਿਰ ਇਹਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਹੀ ਆਪਣਾ ਆਸਨ ਵਿਛਾ ਲਿਆ। ਸਤਿਗੁਰੂ ਦੇ ਕੋਲ ਇੱਕ ਬੜਾ ਸੁੰਦਰ ਸਿਮਰਨਾ ਸੀ। ਉਸ ਸਿਮਰਨ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ। ਇਹਦੀ ਉਹ ਸਿਮਰਨ ਤੇ ਨਿਗਾਹ ਚਲੀ ਗਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਨ ਤੋਂ ਉੱਠ ਕੇ ਇੱਧਰ ਉੱਧਰ ਚਲੇ ਗਏ ਤੇ ਇਸਨੇ ਅੱਖ ਜੀ ਬਚਾ ਕੇ ਗੁਰੂ ਮਹਾਰਾਜ ਦਾ ਸਿਮਰਨਾ ਚੁਰਾ ਕੇ ਆਪਣੇ ਆਸਨ ਦੇ ਹੇਠਾਂ ਲੁਕਾ ਲਿਆ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਆਪਣੇ ਆਸਨ ਤੇ ਆਏ। ਸੇਵਾਦਾਰਾਂ ਨੂੰ ਕਹਿਣ ਲੱਗੇ, ਭਾਈ ਇੱਥੇ ਸਾਡਾ ਸਿਮਰਨਾ ਸੀ। ਕਹਿੰਦੇ, ਮਹਾਰਾਜ ਇੱਥੇ ਹੀ ਹੋਣਾ ਹੈ। ਕਹਿੰਦੇ, ਨਹੀਂ ਇੱਥੇ ਤੇ ਹੈ ਨਹੀਂ। ਤੇ ਫਿਰ ਗੁਰਸਿੱਖ ਹੈਰਾਨ ਹੋ ਕੇ ਪੁੱਛਣ ਲੱਗੇ, ਆ ਜਦੋਂ ਦਾ ਆ ਪਖੰਡੀ ਜਿਹਾ ਸੰਤ ਇੱਥੇ ਆਇਆ, ਹੋਰ ਤੇ ਕੋਈ ਆਇਆ ਹੀ ਨਹੀਂ, ਕਿਤੇ ਇਹਦਾ ਹੀ ਨਾ ਕਾਰਾ ਹੋਵੇ। ਉਹਨਾਂ ਨੂੰ ਕੋਈ ਸ਼ੱਕ ਜਿਹਾ ਪਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਤੇ ਇਉਂ ਜਾਪਦਾ ਹੈ ਵੀ ਜਿਵੇਂ ਇਸ ਆ ਨਕਲੀ ਤੇ ਭੇਖੀ ਸਾਧ ਦਾ ਕਾਰਾ ਹੈ, ਇਹਨੇ ਤੁਹਾਡਾ ਸਿਮਰਨਾ ਚੁਰਾਇਆ। ਗੁਰੂ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਇੱਕ ਸਾਧੂ ਭੇਖ ਇਸਨੇ ਧਾਰਨ ਕੀਤਾ ਹੋਇਆ, ਸਾਨੂੰ ਇਹਦੇ ਉੱਤੇ ਸ਼ੱਕ ਨਹੀਂ ਕਰਨੀ ਚਾਹੀਦੀ। ਲਓ, ਜਦੋਂ ਗੁਰਸਿੱਖ ਸਿਮਰਨਾ ਭਾਲਦੇ ਸਨ, ਨਾ ਮਿਲਿਆ, ਫਿਰ ਕੁਦਰਤ ਨੇ ਇਨਸਾਫ ਤੇ ਕਰਨਾ ਹੀ ਸੀ। ਇਹ ਸਾਧੂ ਆਪਣੇ ਆਸਨ ਤੋਂ ਉੱਠ ਕੇ ਕੋਈ ਕਿਰਿਆ ਕਰਨ ਵਾਸਤੇ ਗਿਆ। ਹਵਾ ਦੇ ਨਾਲ ਇਹਦਾ ਆਸਨ ਉੱਡਿਆ। ਉਹਦੇ ਹੇਠੋਂ ਗੁਰੂ ਮਹਾਰਾਜ ਦਾ ਸਿਮਰਨਾ ਨਿਕਲ ਆਇਆ। ਜਦੋਂ ਸਿਮਰਨਾ ਨਿਕਲਿਆ, ਫਿਰ ਉਹਨਾਂ ਸਿੱਖਾਂ ਨੇ ਉਸ ਪਖੰਡੀ ਸੰਤ ਨੂੰ ਪਕੜ ਲਿਆ ਤੇ ਪੁੱਠਾ ਲਟਕਾਇਆ, ਮੁਸ਼ਕਾਂ ਬੰਨੀਆਂ। ਬਈ ਤੂੰ ਦੱਸ, ਗੁਰੂ ਘਰ ਦੇ ਵਿੱਚ ਵੀ ਆ ਕੇ ਚੋਰੀ ਕਰਨੋਂ ਰਹਿ ਨਹੀਂ ਸਕਿਆ, ਤੂੰ ਹੋਰ ਪਤਾ ਨਹੀਂ ਬਾਹਰ ਕਿੱਥੇ ਕਿੱਥੇ ਜਾ ਕੇ ਤੂੰ ਚੋਰੀਆਂ ਤੇ ਡਾਕੇ ਮਾਰਦਾ ਹੋਵੇਂਗਾ। ਉੱਤੋਂ ਤੂੰ ਭੇਖ ਸਾਧੂਆਂ ਵਾਲਾ, ਸੰਤਾਂ ਵਾਲਾ ਧਾਰਿਆ ਹੈ ਤੇ ਕੰਮ ਤੇਰੇ ਚੋਰਾਂ ਡਾਕੂਆਂ ਵਾਲੇ ਨੇ। ਤੇ ਉਹਦੀ ਹਾਲਤ ਨੂੰ ਵੇਖ ਕੇ ਕੁਝ ਗੁਰਸਿੱਖਾਂ ਨੇ ਸਵਾਲ ਕੀਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਬਈ ਤੁਸੀਂ ਇਹੋ ਜਿਹੇ ਪਖੰਡੀਆਂ ਨੂੰ ਕਿਉਂ ਮੂੰਹ ਲਾਉਂਦੇ ਹੋ, ਕਿਉਂ ਇਹਨਾਂ ਨੂੰ ਇੰਨਾ ਸਤਿਕਾਰ ਦਿੰਦੇ ਹੋ? ਤਾਂ ਸਤਿਗੁਰੂ ਮਹਾਰਾਜ ਦਾ ਜੋ ਜਵਾਬ ਸੀ ਉਹ ਇਸ ਸ਼ਲੋਕ ਵਿੱਚ ਅੰਕਿਤ ਹੈ। ਮੈਂ ਜਾਣਿਆ ਵਡ ਹੰਸ ਹੈ, ਤਾਂ ਮੈਂ ਕੀਆ ਸੰਗ। ਗੁਰਮੁਖੋ, ਮੈਂ ਤੇ ਇਹ ਸਮਝਿਆ ਸੀ ਵੀ ਇਹ ਵੀ ਕੋਈ ਪਰਮਹੰਸ ਹੈ, ਇਹ ਵੀ ਕੋਈ ਤਤ ਬੇਤਾ ਸਾਧੂ ਹੈ, ਤਾਂ ਹੀ ਮੈਂ ਇਹਦੇ ਨਾਲ ਸੰਗ ਕੀਤਾ ਸੀ, ਤਾਂ ਹੀ ਮੈਂ ਇਹਨੂੰ ਆਪਣੇ ਕੋਲ ਬਿਠਾਇਆ ਸੀ। ਜੇ ਜਾਣਾ ਬਗ ਬਪੜਾ, ਤਾਂ ਜਨਮ ਨਾ ਦੇਂਦੀ ਅੰਗ। ਜੇ ਮੈਂ ਇਸ ਗੱਲ ਨੂੰ ਜਾਣ ਲੈਂਦਾ ਵੀ ਇਹ ਤੇ ਵਿਚਾਰਾ ਬਗਲਾ ਹੀ ਹੈ, ਇਹ ਤੇ ਪਖੰਡੀ ਹੈ, ਇਹ ਤੇ ਭੇਖੀ ਹੈ, ਤਾਂ ਜਨਮ ਨਾ ਦੇਂਦੀ ਅੰਗ। ਤਾਂ ਸਤਿਗੁਰੂ ਕਹਿੰਦੇ, ਮੈਂ ਜਨਮ ਤੋਂ ਵੀ ਇਹਦਾ ਪੱਖ ਨਾ ਕਰਦੀ, ਮੈਂ ਕੋਈ ਇਹਦਾ ਪੱਖ ਨਾ ਪੂਰਦੀ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਪਖੰਡੀ ਹੈ। ਤੇ ਜੇ ਪਤਾ ਹੁੰਦਾ ਵੀ ਇਹ ਤੇ ਬਗਲਾ ਹੈ, ਤਾਂ ਮੈਂ ਜਨਮ ਤੋਂ ਭਾਵ ਸ਼ੁਰੂ ਤੋਂ ਹੀ ਇਹਦਾ ਕੋਈ ਅੰਗ ਨਾ ਕਰਦੀ। ਮਹੱਲਾ ਤੀਜਾ। ਹੰਸਾਂ ਵੇਖ ਤਰੰਦਿਆਂ, ਬੱਗਾਂ ਭੇ ਆਇਆ ਚਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦਰਅਸਲ ਗੁਰਸਿੱਖੋ, ਬਈ ਜਿਹੜੇ ਭਾਈ ਪਾਰੋ ਜੀ ਵਰਗੇ ਤਤ ਬੇਤੇ ਮਹਾਂਪੁਰਖ ਸੰਗਤ ਵਿੱਚ ਆਉਂਦੇ ਹਨ, ਉਹਨਾਂ ਹੰਸਾਂ ਨੂੰ ਤਰਦਿਆਂ ਵੇਖ ਕੇ ਬੱਗਾਂ ਭੇ ਆਇਆ ਚਾਓ। ਆ ਜਿਹੜੇ ਬਗਲੇ ਨੇ, ਪਖੰਡੀ ਲੋਕ ਨੇ, ਇਹਨਾਂ ਦੇ ਮਨ ਦੇ ਵਿੱਚ ਵੀ ਚਾਓ ਪੈਦਾ ਹੋਇਆ ਬਈ ਅਸੀਂ ਵੀ ਹੰਸਾਂ ਵਾਂਗੂ ਤਾਰੀਆਂ ਲਾਈਏ, ਅਸੀਂ ਵੀ ਹੰਸਾਂ ਵਾਂਗੂ
ਸਮੁੰਦਰ ਵਿੱਚ ਤਰੀਏ। ਡੁੱਬ ਮੋਏ ਬਗ ਬਪੜੇ ਸਿਰ ਤਲ ਉੱਪਰ ਪਾਓ। ਪਰ ਬਗਲਾ ਤੇ ਤਰਨਾ ਜਾਣਦਾ ਹੀ ਨਹੀਂ। ਬਗਲਾ ਤੇ ਥੋੜੇ ਥੋੜੇ ਪਾਣੀ ਦੇ ਵਿੱਚ ਹੀ ਖਲੋ ਕੇ ਮੱਛੀਆਂ ਪਕੜ ਸਕਦਾ ਹੈ, ਡੂੰਘੇ ਪਾਣੀ ਵਿੱਚ ਨਹੀਂ ਉਹ ਤਰ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੇ ਤਤਵ ਤੇ ਮਹਾਂਪੁਰਖ ਨੇ ਉਹਨਾਂ ਦਾ ਸਤਿਕਾਰ ਹੁੰਦਿਆਂ ਵੇਖ ਕੇ ਇਹਨਾਂ ਪਖੰਡੀਆਂ ਨੂੰ ਵੀ ਚਾਅ ਪੈਦਾ ਹੋਇਆ ਬਈ ਅਸੀਂ ਵੀ ਗੁਰੂ ਘਰ ਵਿੱਚ ਜਾਈਏ, ਉੱਥੇ ਸਾਡਾ ਵੀ ਮਾਨ ਸਨਮਾਨ ਹੋਵੇਗਾ। ਪਰ ਹੁਣ ਜਦੋਂ ਚੋਰੀ ਵਿੱਚ ਪਕੜਿਆ ਗਿਆ, ਡੁੱਬ ਮੋਏ ਬਗ ਬਪੜੇ, ਸਤਿਗੁਰੂ ਕਹਿੰਦੇ ਨੇ ਬਗਲੇ ਵਿਚਾਰੇ ਡੁੱਬ ਕੇ ਮਰ ਗਏ। ਫੇਰ ਬਗਲੇ ਦੀ ਹਾਲਤ ਕੀ ਹੁੰਦੀ ਹੈ? ਸਿਰ ਤਲ ਉੱਪਰ ਪਾਓ। ਬਗਲੇ ਦੇ ਪੈਰ ਉੱਪਰ ਤੇ ਸਿਰ ਹੇਠਾਂ ਨੂੰ ਹੋ ਜਾਂਦਾ ਹੈ, ਕਿਉਂਕਿ ਬਗਲੇ ਦਾ ਸਿਰ ਭਾਰਾ ਹੁੰਦਾ ਹੈ। ਜਦੋਂ ਉਹ ਡੂੰਘੇ ਪਾਣੀ ਵਿੱਚ ਚਲਿਆ ਜਾਵੇ ਵਿੱਚੇ ਹੀ ਡੁੱਬ ਕੇ ਮਰ ਜਾਂਦਾ ਹੈ। ਫਿਰ ਉਹਦੇ ਪੈਰ ਉੱਪਰ ਤੇ ਸਿਰ ਹੇਠਾਂ ਹੋ ਜਾਂਦਾ ਹੈ। ਹੁਣ ਇਸੇ ਤਰ੍ਹਾਂ ਇਸ ਪਖੰਡੀ ਨੂੰ ਜਦੋਂ ਪੁੱਠਾ ਟੰਗਿਆ ਨਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਗੱਲ ਆਖੀ ਵੀ ਇਹ ਜਿਹੜੇ ਇਹੋ ਜਿਹੇ ਬਗਲੇ ਨੇ ਇਸੇ ਤਰ੍ਹਾਂ ਡੁੱਬ ਕੇ ਮਰਦੇ ਨੇ, ਤੇ ਫਿਰ ਇਹਨਾਂ ਦੇ ਪੈਰ ਉੱਪਰ ਸਿਰ ਠਾਂ ਹੁੰਦਾ। ਅੱਗੇ ਪਰਲੋਕ ਵਿੱਚ ਵੀ ਇਹਨਾਂ ਦੀ ਇਹੋ ਜਿਹੀ ਹਾਲਤ ਹੋਵੇਗੀ। ਪੌੜੀ ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤ ਕਰਦੇ ਹਨ। ਤੂੰ ਆਪੇ ਹੀ ਆਪ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਪਹਿਲਾਂ ਵੀ ਆਪ ਸੀ, ਹੁਣ ਵੀ ਤੂੰ ਆਪ ਹੈ, ਅੱਗੇ ਨੂੰ ਵੀ ਆਪਣੇ ਆਪ ਹੀ ਹੋਵੇਂਗਾ। ਆਪ ਕਾਰਨ ਕੀਆ, ਤੁਸਾਂ ਆਪ ਹੀ ਸਾਰੇ ਸੰਸਾਰ ਦੇ ਕਾਰਨ ਨੂੰ ਪੈਦਾ ਕੀਤਾ ਹੈ। ਭਾਵ ਚਾਹੇ ਉਹ ਪੰਜ ਤੱਤ ਨੇ, ਤੇ ਚਾਹੇ ਕੁਦਰਤ ਹੈ, ਤੇ ਚਾਹੇ ਪ੍ਰਕਿਰਤੀ ਹੈ, ਚਾਹੇ ਨਰ ਤੇ ਮਾਦਾ ਹੈ, ਕੋਈ ਵੀ ਕਾਰਨ ਹੈ। ਕਿਸੇ ਨੇ ਮਾਇਆ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨੀ ਹੈ, ਕਿਸੇ ਨੇ ਅਗਿਆਨ ਤੋਂ, ਕਿਸੇ ਨੇ ਪੰਜਾਂ ਤੱਤਾਂ ਤੋਂ, ਕਿਸੇ ਨੇ ਪਰਮਾਣੂਆਂ ਤੋਂ। ਪਰ ਹਜ਼ੂਰ ਕਹਿੰਦੇ ਇਹ ਕਾਰਨ ਵੀ ਤੁਸਾਂ ਆਪ ਹੀ ਪੈਦਾ ਕੀਤਾ ਹੈ। ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਹੇ ਵਾਹਿਗੁਰੂ ਜੀ, ਤੂੰ ਆਪਣੇ ਆਪ ਹੀ ਨਿਰਾਕਾਰ ਸਰੂਪ ਹੈ, ਨਿਰਗੁਣ ਸਰੂਪ ਹੈ। ਕੋ ਅਵਰ ਨਾ ਬੀਆ, ਤੇਰੇ ਵਰਗਾ ਹੋਰ ਕੋਈ ਵੀ ਦੂਸਰਾ ਨਹੀਂ ਹੋ ਸਕਦਾ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਥੀਆ। ਹੇ ਵਾਹਿਗੁਰੂ, ਤੂੰ ਸਾਰੇ ਹੀ ਸਾਧਾਰਨ ਤੇ ਅਸਾਧਾਰਨ ਕਾਰਨਾਂ ਨੂੰ ਕਰਨ ਦੇ ਲਈ ਸਮਰੱਥ ਸਰਵ ਸ਼ਕਤੀਮਾਨ ਹੈ। ਤੂੰ ਕਰਹਿ ਸੋ ਥੀਆ, ਜੋ ਵੀ ਤੂੰ ਕਰਦਾ ਉਹੀ ਹੁੰਦਾ ਹੈ, ਤੇ ਉਹੀ ਪਿੱਛੇ ਹੋਇਆ ਉਹੀ ਅੱਗੇ ਲਈ ਹੋਵੇਗਾ। ਤੂੰ ਅਣ ਮੰਗਿਆ ਦਾਨ ਦੇਵਣਾ, ਸਭ ਨਾਹ ਜੀਆ। ਹੇ ਵਾਹਿਗੁਰੂ, ਤੂੰ ਸਭ ਨਾਹ ਜੀਆਂ, ਸਾਰੇ ਜੀਵਾਂ ਨੂੰ ਅਣ ਮੰਗਿਆ, ਬਿਨਾਂ ਮੰਗਿਆ ਹੀ ਦਾਨ ਦੇ ਰਿਹਾ ਹੈ। ਭਾਵ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਅਸੀਂ ਮੰਗਿਆ ਤੇ ਕੁਝ ਵੀ ਨਹੀਂ, ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਭ ਕੁਝ ਦਿੱਤਾ ਹੈ। ਉਹ ਬਿਨਾਂ ਮੰਗਿਆ ਹੀ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤੁਸੀਂ ਸਾਰੇ ਸਤਿਗੁਰੂ ਨੂੰ ਧੰਨ ਧੰਨ ਆਖੋ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਨਾਮ ਦਾ ਦਾਨ ਸਾਡੇ ਮੁਖ ਵਿੱਚ ਦਿੱਤਾ ਹੈ, ਭਾਵ ਸਾਨੂੰ ਨਾਮ ਜਪਣ ਦੇ ਲਈ ਉਪਦੇਸ਼ ਦਿੱਤਾ ਹੈ। ਜਿਸ ਸਤਿਗੁਰੂ ਨੇ ਸਾਨੂੰ ਨਾਮ ਦ੍ਰਿੜ ਕਰਵਾਇਆ ਹੈ, ਉਹ ਸਤਿਗੁਰੂ ਨੂੰ ਸਾਰੇ ਧੰਨ ਧੰਨ ਆਖੋ। ਸ਼ਲੋਕ ਮਹੱਲਾ ਤੀਜਾ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਬਈ ਸੰਸਾਰ ਦੇ ਵਿੱਚ ਹਰ ਕੋਈ ਮਨੁੱਖ, ਹਰ ਜੀਵ ਕਿਸੇ ਨਾ ਕਿਸੇ ਤੋਂ ਡਰਦਾ ਹੈ। ਕੋਈ ਇੱਕ ਦੂਸਰੇ ਤੋਂ ਡਰਦਾ ਹੈ, ਬਾਕੀ ਕਾਲ ਤੋਂ ਤਾਂ ਸਾਰੇ ਹੀ ਡਰਦੇ ਨੇ। ਕੋਈ ਐਸੀ ਵੀ ਕੋਈ ਸ਼ਕਤੀ ਹੈ ਜਿਹੜੀ ਭੈ ਤੋਂ ਰਹਿਤ ਹੋਵੇ? ਤਾਂ ਸਤਿਗੁਰੂ ਇਹਦਾ ਅੱਗੇ ਨਿਰਣਾ ਕਰਦੇ ਹਨ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਏ।
ਵੀ ਜਿਤਨਾ ਵੀ ਇਹ ਆਕਾਰ ਨਾਮ ਰੂਪ ਪ੍ਰਪੰਚ ਹੈ, ਇਹ ਤੇ ਸਾਰਾ ਹੀ ਕਾਲ ਦੇ ਭੈ ਦੇ ਵਿੱਚ ਹੈ। ਨਿਰਭਉ ਹਰਿ ਜੀਉ ਸੋਏ, ਅਸਲੀ ਨਿਰਭਉ ਸਰੂਪ ਭੈ ਤੋਂ ਰਹਿਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਨਿਰਭਉ ਸਰੂਪ ਨਹੀਂ ਹੈ। ਸਤਿਗੁਰ ਸੇਵਿਐ ਹਰਿ ਮਨ ਵਸੈ, ਤਿਥੈ ਭਉ ਕਦੇ ਨਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਆ ਕੇ ਵਸਦਾ। ਜਿੱਥੇ ਉਹ ਨਿਰਭਉ ਆ ਜਾਂਦਾ ਹੈ, ਤਿੱਥੈ ਭਉ ਕਦੇ ਨਾ ਹੋਏ। ਉੱਥੇ ਫਿਰ ਕਦੇ ਵੀ ਕਿਸੇ ਕਿਸਮ ਦਾ ਡਰ ਪੈ ਨਹੀਂ ਰਹਿੰਦਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ। ਉਹਨਾਂ ਨੂੰ ਨਿਰਭਉ ਸਰੂਪ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਦੁਸ਼ਮਨ ਦੁੱਖ ਤਿਸਨੂੰ ਨੇੜ ਨਾ ਆਵੈ, ਪੋਹੇ ਨਾ ਸਕੈ ਕੋਏ। ਨਾ ਦੁਸ਼ਮਣ ਤੇ ਨਾ ਹੀ ਦੁੱਖ ਉਸਦੇ ਕੋਈ ਨੇੜੇ ਆ ਸਕਦਾ ਹੈ। ਪੋਹੇ ਨਾ ਸਕੈ ਕੋਏ, ਕੋਈ ਉਹਨੂੰ ਆ ਕੇ ਟੱਚ ਨਹੀਂ ਕਰ ਸਕਦਾ, ਕੋਈ ਉਸ ਨੂੰ ਹੱਥ ਨਹੀਂ ਲਾ ਸਕਦਾ, ਕੋਈ ਉਸ ਨੂੰ ਨੇੜੇ ਆ ਕੇ ਛੋਹ ਨਹੀਂ ਸਕਦਾ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ। ਗੁਰਮੁਖਾਂ ਨੇ ਇਹ ਆਪਣੇ ਮਨ ਵਿੱਚ ਵਿਚਾਰਿਆ ਹੈ, ਗੁਰਮੁਖਾਂ ਨੇ ਇਹ ਗੱਲ ਮਨ ਵਿੱਚ ਵਿਚਾਰੀ ਹੈ, ਜੋ ਤਿਸ ਭਾਵੈ ਸੋ ਹੋਏ। ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਾਣੇ ਦਾ ਮਾਲਕ ਹੈ। ਜੋ ਉਸ ਨੂੰ ਪਾਉਂਦਾ ਬਈ ਉਹੀ ਹੁੰਦਾ ਹੈ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰਮੁਖਾਂ ਦੀ ਪਤ ਇੱਜ਼ਤ ਅਬਰੋ ਰੱਖੇਗਾ ਤੇ ਕਾਰਜ ਸਵਾਰੇ ਸੋਏ। ਉਹਨਾਂ ਗੁਰਮੁਖਾਂ ਦੇ ਲੋਕ ਤੇ ਪਰਲੋਕ ਦੇ ਸਾਰੇ ਕਾਰਜ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਵਾਰੇਗਾ। ਮਹੱਲਾ ਤੀਜਾ। ਇੱਕ ਸੱਜਣ ਚਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਮੌਤ ਵਰਗੀ ਅਟਲ ਸਚਾਈ ਹੋਰ ਕੋਈ ਦੁਨੀਆ ਦੇ ਵਿੱਚ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇੱਕ ਸੱਜਣ ਚੱਲੇ, ਬਈ ਇੱਕ ਸੱਜਣ ਇੱਥੋਂ ਚਲੇ ਗਏ ਨੇ, ਇੱਕ ਚੱਲ ਗਏ, ਇੱਕ ਸੱਜਣ ਚੱਲੇ ਨੇ, ਭਾਵ ਹੁਣ ਜਾ ਰਹੇ ਨੇ, ਤੇ ਇੱਕ ਚੱਲ ਗਏ, ਇੱਕ ਪਹਿਲਾਂ ਚਲੇ ਗਏ ਨੇ। ਰਹਿੰਦੇ ਪੀ ਫੁਨ ਜਾਹੇ, ਤੇ ਭਾਈ ਜਿਹੜੇ ਰਹਿੰਦੇ ਨੇ ਉਹਨਾਂ ਨੇ ਵੀ ਅਕਸਰ ਚਲੇ ਜਾਣਾ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨੇ ਸੁਪਨੇ ਜਿਉ ਸੰਸਾਰ। ਆਪੋ ਆਪਣੀ ਵਾਰੀ ਅਨੁਸਾਰ ਪਾਈ ਸਾਰੇ ਚਲੇ ਜਾਂਦੇ ਹਨ। ਜਿਨੇ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਨਹੀਂ ਕੀਤੀ, ਵੀ ਉਹ ਆਏ ਤਾਂ ਸਨ ਪਰ ਉਹ ਇੱਥੋਂ ਸਤਿਗੁਰੂ ਦੀ ਸੇਵਾ ਨਾ ਕਰਕੇ ਇੱਥੋਂ ਪਛਤਾ ਕੇ ਗਏ ਹਨ। ਭਾਵ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ। ਕਹ ਨਾਨਕ ਬਾਹਾਂ ਲੁਡਾਈਐ, ਉਹ ਤੇ ਖੁਸ਼ੀ ਖੁਸ਼ੀ ਪਰਲੋਕ ਵੇ ਜਾਂਦੇ ਨੇ। ਤੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਉਹ ਆਏ ਤਾਂ ਹਨ ਪਰ ਇੱਥੋਂ ਪਛਤਾ ਕੇ ਇੱਥੋਂ ਝੂਰਦੇ ਹੋਏ ਗਏ ਹਨ। ਨਾਨਕ ਸੱਚ ਰਤੇ ਸੇ ਨਾ ਵਿਛੜੈ ਹੈ, ਸਤਿਗੁਰ ਸੇਵ ਸਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ, ਨਾਨਕ ਸੱਚ ਰਤੇ, ਵੀ ਉਹ ਸੱਚੇ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਤੇ ਉਹ ਨਾ ਵਿਛੜੈ, ਉਹ ਫਿਰ ਕਦੀ ਵਿਛੜਦੇ ਨਹੀਂ। ਕਿਉਂਕਿ ਜਿਹੜੇ ਸਤਿਗੁਰੂ ਦੀ ਸੇਵਾ ਕਰਕੇ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਰੰਗ ਵਿੱਚ ਰੰਗੇ ਗਏ, ਉਹ ਕਦੀ ਵਿਛੜਦੇ ਨਹੀਂ। ਸਮਾਹੇ, ਉਹ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ।
ਪੌੜੀ ਤਿਸ ਮਿਲਿਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤਿਸ ਮਿਲਿਐ ਸਤਿਗੁਰ ਸੱਜਣੈ। ਹੁਣ ਅੱਗੇ ਸਤਿਗੁਰੂ ਦੀ ਮਹਿਮਾ ਕਰ ਰਹੇ ਹਨ ਵੀ ਉਹ ਸੱਜਣ ਸਤਿਗੁਰੂ ਨੂੰ ਮਿਲਣਾ ਚਾਹੀਦਾ। ਜਿਸ ਅੰਤਰ ਹਰ ਗੁਣਕਾਰੀ, ਜਿਸ ਸਤਿਗੁਰੂ ਦੇ ਅੰਦਰ ਉਹ ਗੁਣਕਾਰੀ ਗੁਣਾਂ ਦਾ ਕਰਤਾ, ਦੈਵੀ ਗੁਣਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਬਈ ਉਹ ਸਤਿਗੁਰੂ ਨੂੰ ਭਾਈ ਮਿਲਣਾ ਚਾਹੀਦਾ ਹੈ। ਤਿਸ ਮਿਲਿਐ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚੋਂ ਹਮਾਰੇ। ਵੀ ਉਸ ਪਿਆਰੇ ਸਤਿਗੁਰੂ ਨੂੰ ਜਾ ਕੇ ਮਿਲਣਾ ਚਾਹੀਦਾ ਹੈ ਜਿਸਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਦਿੱਤਾ, ਹਉਮੈ ਦਾ ਤਿਆਗ ਕਰ ਦਿੱਤਾ, ਹਉਮੈ ਦਾ ਸੰਸਕਾਰ ਨਾਸ਼ ਕਰ ਦਿੱਤਾ ਹੈ। ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸੁਵਾਰੇ। ਉਹ ਬਈ ਪੂਰਾ ਸਤਿਗੁਰੂ ਮਨ ਕਰਕੇ ਵੀ ਧਨ ਹੈ ਤੇ ਤਨ ਕਰਕੇ ਵੀ ਧਨ ਹੈ। ਜਿਨ ਹਰ ਉਪਦੇਸ਼ ਦੇ, ਜਿਸਨੇ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦੇ ਕੇ ਸਭ ਸ੍ਰਿਸ਼ਟ ਸਵਾਰੀ, ਸਾਰੀ ਸ੍ਰਿਸ਼ਟੀ ਸਵਾਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ, ਵੀ ਸਾਰੀ ਦੁਨੀਆ ਉੱਤੇ ਨਾਮ ਬਾਣੀ ਦਾ ਛੱਟਾ ਮਾਰ ਕੇ ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਪਾਈ। ਵੀ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਸਵਾਰ ਦਿੱਤੀ, ਐਸੇ ਸਤਿਗੁਰੂ ਨੂੰ ਪਾਈ ਧੰਨ ਧੰਨ ਆਖਣਾ ਚਾਹੀਦਾ ਹੈ। ਨਿਤ ਜਪੇ ਹੋ ਸੰਤੋ ਰਾਮ ਨਾਮ ਭਉ ਜਲ ਬਿਖ ਤਾਰੇ। ਐ ਸੰਤੋ, ਤੁਸੀਂ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਨੂੰ ਜਪੋ ਤੇ ਜਪੀ ਚੱਲਿਓ। ਭਉ ਜਲ ਬਿਖ ਤਾਰੀ, ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਉਸ ਤੁਹਾਨੂੰ ਭਉ ਜਲ ਬਿਖ ਤਾਰੀ ਇਸ ਜ਼ਹਿਰ ਦੇ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਤਾਰੀ ਪਾਰ ਕਰ ਦੇਵੇਗਾ। ਕਿਉਂਕਿ ਜਿਵੇਂ ਸਮੁੰਦਰ ਦੇ ਵਿੱਚ ਕਈ ਵਾਰੀ ਕਈ ਜ਼ਹਿਰੀਲੇ ਪਦਾਰਥ ਵੀ ਮਿਲੇ ਹੁੰਦੇ ਨੇ, ਜਿਵੇਂ ਕਿ ਉਹਦੇ ਵਿੱਚ ਖਾਰਾਪਨ ਹੁੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਵੀ ਸੰਤੋ, ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪਿਓ, ਇਹ ਨਾਮ ਤੁਹਾਨੂੰ ਜ਼ਹਿਰ ਦੇ ਨਾਲ ਭਰੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ। ਗੁਰ ਪੂਰੈ ਹਰ ਉਪਦੇਸ਼ਿਆ ਗੁਰ ਵਿਟੜਿਆ ਹਉ ਸਦ ਵਾਰੇ। ਪੂਰੇ ਗੁਰੂ ਨੇ ਸਾਨੂੰ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਵੀ ਗੁਰਮੁਖੋ ਹਰ ਵੇਲੇ ਵਾਹਿਗੁਰੂ 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 ਨਾਮ ਜਪਦੇ ਰਹੋ ਤੇ ਇਹਦੇ ਨਾਲ ਹੀ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੋਗੇ। ਗੁਰ ਵਿਟੜਿਆ ਹਉ ਸਦ ਵਾਰੇ। ਅਸੀਂ ਗੁਰੂ ਤੋਂ ਤੇ ਗੁਰੂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਸਤਿਗੁਰੂ ਦੀ ਸੇਵਾ ਕਰਕੇ ਮਨੁੱਖ ਨੂੰ ਕੀ ਮਿਲਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਸਤਿਗੁਰੂ ਕੀ ਸੇਵਾ ਚਾਕਰੀ। ਜਿਹੜੇ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੇਵਾ ਤੇ ਚਾਕਰੀ ਨੌਕਰੀ ਕਰਦੇ ਹਨ, ਅਥਵਾ ਜਿਹੜੇ ਨੌਕਰਾਂ ਵਾਂਗ ਸਤਿਗੁਰੂ ਦੀ ਸੇਵਾ ਕਰਦੇ ਹਨ, ਅਥਵਾ ਇੱਕ ਨਿਸ਼ਕਾਮ ਸੇਵਾ ਕਰਨੀ, ਦੂਸਰੀ ਤਨਖਾਹ ਲੈ ਕੇ ਸੇਵਾ ਕਰਨੀ। ਜਿਹੜੇ ਇਉਂ ਸਤਿਗੁਰੂ ਦੀ ਨਿਸ਼ਕਾਮ ਸੇਵਾ ਵੀ ਕਰਦੇ ਨੇ ਤੇ ਕੋਈ ਤਨਖਾਹ ਲੈ ਕੇ ਵੀ ਗੁਰੂ ਦੀ ਸੇਵਾ ਕਰਦੇ ਹਨ, ਸੁਖੀ ਹੂੰ ਸੁਖ ਸਾਰ। ਉਹਨਾਂ ਨੂੰ ਸਾਰੇ ਸੁੱਖਾਂ ਵਿੱਚੋਂ ਸ੍ਰੇਸ਼ਟ ਸੁੱਖ ਕੀ ਹੈ? ਉਹ ਹੈ ਆਤਮਿਕ ਸੁੱਖ। ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦੁਆਰ। ਲੋ ਸਤਿਗੁਰੂ ਦੀ ਸੇਵਾ ਕਰਕੇ ਇੱਥੇ ਇਸ ਸੰਸਾਰ ਦੇ ਵਿੱਚ ਵੀ ਵਡਿਆਈਆਂ ਮਿਲਦੀਆਂ ਹਨ। ਜਿਵੇਂ ਭਾਈ ਮੰਝ ਨੇ ਸੇਵਾ ਕੀਤੀ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਭਾਈ ਬਹਿਲੋ ਨੇ ਸੇਵਾ ਕੀਤੀ, ਭਾਈ ਬਹਿਲੋ ਸਭ ਤੋਂ ਪਹਿਲੋ। ਜੇ ਭਾਈ ਬਿਧੀ ਚੰਦ ਨੇ ਸੇਵਾ ਕੀਤੀ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਜੇ ਭਾਈ ਜੈਤੇ ਨੇ ਸੇਵਾ ਕੀਤੀ, ਰੰਗਰੇਟਾ ਗੁਰੂ ਕਾ ਬੇਟਾ। ਇਉਂ ਇੱਥੇ ਵੀ ਉਹਨਾਂ ਨੂੰ ਵਡਿਆਈਆਂ ਪ੍ਰਾਪਤ ਹੋਈਆਂ। ਦਰਗਾਹ ਮੋਖ ਦੁਆਰ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਮੁਕਤੀ ਦਾ ਦਰਵਾਜ਼ਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।